ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ canadaReviews.com। ਸੋ ਬੇਸਿਕਲੀ ਆ ਕਲਾਇੰਟ ਨੇ ਸਾਡੀ ਵੈਬਸਾਈਟ ਤੋਂ ਆਪਣੇ ਕੇਪਸ ਨੋਟ ਕਢਵਾਏ ਸੀ। ਸੋ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿਸ ਰੀਜ਼ਨ ਕਰਕੇ ਇਹਨਾਂ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਰਿਫਿਊਜ਼ ਹੋਇਆ ਵਾ। ਕਾਫੀ ਲੋਕ ਆਈ ਥਿੰਕ ਰਿਲੇਟ ਕਰ ਪਾਓਗੇ ਕਿਉਂਕਿ ਇਹ 'ਚ ਕਾਮਨ ਪ੍ਰੋਬਲਮ ਹੈਗੀ ਆ ਜਿਹੜੇ ਹਰ ਕਿਸੇ ਦੀ ਐਪਲੀਕੇਸ਼ਨ ਵਿੱਚ ਆਈ ਥਿੰਕ ਸੋ ਹੋ ਸਕਦੀ ਹੈ ਰਾਈਟ। ਕਿੱਦਾਂ ਉਹਨੂੰ ਟੈਕਲ ਕਰਨਾ ਆਪਾਂ ਇਸ ਵੀਡੀਓ 'ਚ ਪ੍ਰੋਪਰਲੀ ਤੁਹਾਨੂੰ ਕਨਵੇ ਕਰਨਾ। ਬਟ ਪਹਿਲਾਂ ਆ ਛੋਟੇ ਜਿਹੇ ਪੈਰਾਗ੍ਰਾਫ ਨੂੰ ਸਮਝ ਲਈਏ ਕਿ ਵੀਜ਼ਾ ਆਫਿਸ ਨੇ ਕਾਹਤੋਂ ਇਹਨਾਂ ਦਾ ਵੀਜ਼ਾ ਰਿਫਿਊਜ਼ ਕੀਤਾ। ਸਿੰਗਲ ਮੇਲ 33 to visit Canada on tourism. Financial documentation provided shows modest income, funds, given family ties or economic motives to remain in Canada. The applicant incentives to remain in Canada may outweigh their ties to their home country. So visa officer कह रहा है कि पहला कि बंदा 33 ਸਾਲਾਂ ਦਾ ਵਾ ਐਂਡ ਸਿੰਗਲ ਆ, ਮੀਨਿੰਗ ਟੂ ਸੇ ਉਹਨਾਂ ਨੇ ਇੱਥੇ ਪ੍ਰੋਬਲਮ ਕੱਢੀ ਉਹਨਾਂ ਦੀ ਫੈਮਿਲੀ ਟਾਈਜ਼ ਦੀ। ਓਕੇ, ਦੂਸਰਾ ਉਹਨਾਂ ਨੇ ਕਿਹਾ ਇਨਕਮ ਐਂਡ ਫੰਡਸ, ਇੱਥੇ ਉਹਨਾਂ ਨੇ ਪ੍ਰੋਬਲਮ ਕੱਢੀ ਇਕਨੋਮਿਕ ਮੋਟਿਵਸ ਦੀ ਰਾਈਟ। ਓਕੇ, ਸੋ ਜੇ ਇੱਕ ਇੰਡੀਵਿਜੂਅਲ 21 ਐਂਡ ਅਬਵ ਆ, ਮੀਨਿੰਗ ਟੂ ਸੇ ਉਹ ਆਪਣੇ ਪੇਰੈਂਟਸ 'ਤੇ ਡਿਪੈਂਡੈਂਟ ਨਹੀਂ ਆ, ਉਹ ਇੰਡੀਪੈਂਡੈਂਟ ਆ, ਦੈਨ ਉਹਦੀ ਫੈਮਿਲੀ ਜਿਹੜੀ ਟਾਈਸ ਆ ਉਹ ਵੀਜ਼ਾ ਆਫਿਸਰ ਉਹਦੇ ਵਾਈਫ ਐਂਡ ਕਿਡਸ ਨੂੰ ਕੰਸੀਡਰ ਕਰਦਾ ਕਿਉਂਕਿ ਇੱਕ ਅਨਮੈਰਿਡ ਸਿੰਗਲ ਮੇਲ ਰਾਈਟ, ਇੱਕ ਅਨਮੈਰਿਡ ਬੰਦਾ ਇੱਕ ਨਵੀਂ ਕੰਟਰੀ 'ਚ ਜਾ ਕੇ ਮੈਰਿਜ ਕਰਵਾ ਸਕਦਾ, ਆਪਣੀ ਲਾਈਫ ਸੈਟਲ ਕਰ ਸਕਦਾ। ਸੋ ਇੱਕ ਜਿਹੜਾ ਮੋਟਿਵ ਹੁੰਦਾ ਵਾਪਸ ਆਉਣ ਦਾ, ਜੇ ਘਰ ਵਾਲੀ ਐਂਡ ਬੱਚੇ ਹੋਣ, ਇੱਕ ਰੀਜ਼ਨ ਹੁੰਦਾ ਕਿ ਘਰ ਵਾਲੀ ਤੋਂ ਜਾਂ ਬੱਚਿਆਂ ਕੋਲ ਵਾਪਸ ਆਉਣਾ, ਉਹ ਮੋਟਿਵ ਆ ਬੰਦੇ ਤੋਂ ਹੈ ਨਹੀਂ ਗਾ, ਆਪਣੀ ਲਾਈਫ ਸੈਟਲ ਕਰ ਸਕਦਾ। ਦੂਸਰਾ ਇਨਕਮ ਐਂਡ ਫੰਡਸ, ਵੀਜ਼ਾ ਆਫਿਸਰ ਨੇ ਡਾਇਰੈਕਟਲੀ ਕਹਿਤਾ ਤੁਹਾਡੀ ਇਨਕਮ ਐਂਡ ਫੰਡਸ ਘੱਟ ਆ। ਸੋ ਕਲਾਇੰਟ ਨੂੰ ਆ ਗੱਲ ਕਲੀਅਰ ਹੋ ਗਈ ਆ ਕਿ ਸੇਵਿੰਗਸ ਨੂੰ ਇੰਕਰੀਜ਼ ਕਰਨਾ ਵਾ ਪਲੱਸ ਜਿਹੜੀ ਇਨਕਮ ਆਉਂਦੀ ਆ ਉਹਨੂੰ ਇੰਕਰੀਜ਼ ਕਰਨਾ, ਦੈਨ ਆ ਪੁਆਇੰਟ ਕਲੀਅਰ ਆਊਟ ਹੋਊਗਾ। ਨੈਕਸਟ ਵੀਜ਼ਾ ਆਫਿਸਰ ਕਹਿ ਰਿਹਾ The applicant prior travel history is insufficient to count as a positive factor in my assessment. Okay, client ਨੇ travel ਜ਼ਰੂਰ ਕੀਤਾ, ਉਹਦੀ travel history ਹੈਗੀ ਆ, ਬਟ ਵੀਜ਼ਾ ਆਫਿਸਰ ਨੇ ਕਲੀਅਰਲੀ ਦੱਸਤਾ ਕਿ ਉਹਨਾਂ ਵਾਸਤੇ ਉਹ travel history insufficient ਆ। ਓਕੇ, ਇਸ ਬੰਦੇ ਨੇ ਕੇਪਸ ਨੋਟ ਕਢਵਾਈ, ਇਹਨੂੰ ਪਤਾ ਲੱਗ ਗਿਆ ਕਿ ਇਹਦੀ ਇਨਕਮ ਘੱਟ ਆ, ਇਹਦੀ ਸੇਵਿੰਗਸ ਘੱਟ ਆ, ਇਹਦੀ travel history ਵੀਜ਼ਾ ਆਫਿਸਰ ਅਕੋਰਡਿੰਗਲੀ ਇਨਸੂਫੀਸ਼ੈਂਟ ਆ, ਘੱਟ ਆ, ਐਂਡ ਉਹਨੂੰ ਆ ਵੀ ਪਤਾ ਲੱਗ ਗਿਆ ਕਿ ਫੈਮਿਲੀ ਟਾਈਸ ਰਾਈਟ, ਵਾਈਫ ਐਂਡ ਕਿਡਸ ਹੈ ਨਹੀਂ ਕਿ ਸਿੰਗਲ ਆ, ਇਸ ਕਰਕੇ ਪ੍ਰੋਬਲਮ ਫੇਸ ਕਰਨੀ ਪੈ ਰਹੀ ਆ। ਓਕੇ, ਨੈਕਸਟ previous refusals times T noted a succession of such application shows that the applicant has a strong desire to leave their country and bring about ਧਿਆਨ ਨਾਲ ਸੁਣਿਓ, a strong desire to leave their country and bring into question the true purpose behind their application to enter Canada. Right, weighing the factors in this application, I am not satisfied that the applicant will depart Canada at the end of the period or tries for their stay. Right, ਇਸ ਕਰਕੇ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਰਹੇ ਆ। ਸੋ ਬੇਸਿਕਲੀ ਉਹਨਾਂ ਨੇ ਕਿਹਾ 3 ਵਾਰ ਲਗਾਤਾਰ ਰਿਫਿਊਜ਼ ਹੋਏ ਆ ਤੁਸੀਂ, ਸਕਸੈਸ਼ਨ ਰਾਈਟ, ਲਗਾਤਾਰ। ਸੋ ਇਹਦਾ ਮਤਲਬ ਆਹੀ ਹੈ ਕਿ ਤੁਸੀਂ ਆਪਣੀ ਕੰਟਰੀ ਆ, ਤੁਹਾਡਾ ਬਹੁਤ ਸਟਰੋਂਗ ਡਿਜ਼ਾਇਰ ਆ ਕਿ ਤੁਸੀਂ ਆਪਣੀ ਕੰਟਰੀ ਜਿਹੜੀ ਛੱਡਣਾ ਚਾਹੁੰਦੇ ਆ ਰਾਈਟ, ਐਂਡ ਉੱਥੇ ਸਟੇ ਕਰਨਾ ਚਾਹੁੰਦੇ ਆ, ਤੁਹਾਡਾ ਬਹੁਤ ਮੋਟਿਵ ਆ ਕਿ ਤੁਸੀਂ ਵਾਪਸ ਨਹੀਂ ਆਉਣਾ ਰਾਈਟ। ਕਲੀਅਰਲੀ ਵੀਜ਼ਾ ਆਫਿਸ ਨੇ ਆ ਕਹਿ ਦਿੱਤਾ। ਸੋ ਪਹਿਲੀ ਪ੍ਰੋਬਲਮ ਬੀਇੰਗ ਸਿੰਗਲ ਰਾਈਟ, ਦੂਸਰੀ ਪ੍ਰੋਬਲਮ ਇਨਕਮ ਐਂਡ ਫੰਡਸ, ਤੀਸਰੀ ਆਪਣੀ ਟਰੈਵਲ ਹਿਸਟਰੀ, ਚੌਥਾ ਜਿਹੜੇ ਲਗਾਤਾਰ ਰਿਫਿਊਜ਼ਲਸ ਆ। ਸੋ ਜੇ ਆ ਬੰਦਾ ਪਹਿਲੀ ਵਾਰ ਜਦੋਂ ਉਹਨੇ ਅਪਲਾਈ ਕੀਤਾ ਉਦੋਂ ਆਪਣੇ ਕੇਪਸ ਨੂੰ ਕਢਵਾ ਲੈਂਦਾ, ਦੈਨ ਹੋ ਸਕਦਾ ਹੈ ਕਿ ਇੰਨਾ ਕੁਛ ਆ ਜਿਹੜਾ ਇਕੱਠਾ ਹੋਇਆ ਰਾਈਟ ਆ ਨਹੀਂ ਹੁੰਦਾ। ਆ ਚੌਥਾ ਪੁਆਇੰਟ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਆਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਫੰਡਸ ਐਂਡ ਇਨਕਮ ਨੂੰ ਇੰਪਰੂਵ ਹੋ ਜਾਂਦੇ। ਸਿੰਗਲ ਆ ਟਰੈਵਲ ਹਿਸਟਰੀ ਇੰਪਰੂਵਮੈਂਟ ਕਰ ਲੈਂਦੇ, ਸਿੰਗਲ ਦਾ ਕੋਈ ਗੱਲ ਨਹੀਂ ਸੀ ਰਾਈਟ। ਜੇ ਵਿਆਹ ਕਰਵਾ ਲੈਂਦੇ ਆਹੀ ਪ੍ਰੋਬਲਮ ਸੌਰਟ ਆਊਟ ਹੋ ਜਾਂਦੀ ਸੀ ਰਾਈਟ। ਸੋ ਆਹ ਕੇਪਸ ਨੋਟ ਆਪਾਂ ਕਢਵਾਈ ਸੀ 2020 ਵਿੱਚ ਰਾਈਟ, 5ਵੇਂ ਮਹੀਨੇ 'ਚ। ਸੋ ਇਹਨਾਂ ਨੂੰ ਆਪਾਂ ਪ੍ਰੋਪਰ ਗਾਈਡਲਾਈਨ ਦਿੱਤੀ ਆ ਕਿ ਕਿੱਦਾਂ ਹੁਣ ਇਹਨਾਂ ਨੇ ਆਪਣੀ ਐਪਲੀਕੇਸ਼ਨ ਨੂੰ ਬੈਟਰ ਕਰਨਾ ਵਾ, ਕਿੱਦਾਂ ਆਪਣੇ ITR ਪ੍ਰੋਪਰਲੀ ਫਿਲ ਕਰਨੇ ਆ, ਫੰਡਸ ਆਪਾਂ ਨੂੰ ਕਿੰਨੇ ਚਾਹੀਦੇ, ਕਿਹੜੀ ਕੰਟਰੀਜ਼ ਉਹਨਾਂ ਨੂੰ ਟਰੈਵਲ ਕਰਨਾ ਚਾਹੀਦਾ ਰਾਈਟ। ਆਲਰੇਡੀ ਹੁਣ ਉਹਨਾਂ ਦਾ ਯੂਰਪ ਦਾ ਵੀਜ਼ਾ ਗ੍ਰਾਂਟ ਹੋ ਗਿਆ ਵਾ। ਓਕੇ, ਸੋ ਆਪਾਂ ਇਹਨੂੰ ਟੈਕਲ ਕਰ ਰਹੇ ਹਾਂ
ਐਂਡ ਐਪਲੀਕੇਸ਼ਨ ਨੂੰ ਸਟਰੋਂਗ ਬਣਾ ਰਹੇ ਹਾਂ ਐਂਡ ਆ ਐਪਲੀਕੈਂਟ ਦੀ ਮੈਰਿਜ ਵੀ ਹੁਣ ਹੋ ਚੁੱਕੀ ਆ। ਸੋ ਜਦੋਂ ਇਹਨਾਂ ਦਾ ਵੀਜ਼ਾ ਗ੍ਰਾਂਟ ਹੋਊਗਾ ਆਪਾਂ ਕਹਿ ਲਓ ਆ ਵੀਡੀਓ ਉਸ ਵੀਜ਼ੇ ਦੇ ਨਾਲ ਆਪਾਂ ਉਹਨੂੰ ਜੁਆਇੰਟ ਕਰੂੰਗੇ। ਓਕੇ ਲਾਸਟਲੀ ਜੇ ਤੁਸੀਂ ਵੀ ਆਪਣੇ ਕੈਨੇਡਾ ਦੇ ਕੇਪਸ ਨੋਟ ਕਢਵਾਉਣਾ ਚਾਹੁੰਦੇ ਆ canadarifuge.com 'ਤੇ ਜਾ ਕੇ ਆਪਣੇ ਕੇਪਸ ਨੋਟ ਕਢਵਾ ਸਕਦੇ ਆ। ਜੇ ਸਾਡੇ ਤੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਟਿਕਟੌਪ ਐਮੀਗ੍ਰੇਸ਼ਨ ਦੇ ਆਫਿਸ ਆ ਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਆ। ਥੈਂਕ ਯੂ ਵੈਰੀ ਮੱਚ। ਵੈਬਸਾਈਟ ਦੀ ਲਿੰਕ ਡਿਸਕ੍ਰਿਪਸ਼ਨ 'ਚ ਆ। ਗੁੱਡ ਬਾਏ।